गुरु गरीब निवास, गुरु ग्रंथ साहिब जी महाराज। ओंकार सतनाम करता पुरख निर्भव निर्वैर अकाल मूरत अजूनी सैभंग गुर प्रसाद जप आद सच जुगाद सच नानक होसी भी सच। सुख पाया ऐदां ही जपो सुख पाया सुख पाया रहम तेरी सुख पाया सुख पाया रहम तेरी सुख पाया सुख पाया सुख पाया रहम तेरी सुख पाया सुख पाया सुख सुख पाया सुख
नानक की अरदास सदा नानक की अरदास सदा नानक की नानक की अरदास नानक की अरदास नानक की अरदास सुख पाया रहमत तेरी सुख पाया रहमत तेरी सुख पाया परम सत्कारयोग गुरु दी साची नवाजी साध संगत जी गुरुद्वारा जन्म स्थान संत बाबा साधु राम जी अकाल पुरख दे स्थान दे उत्ते अज फुल मून वाले दिन अर्थात पूर्णमाशी वाले दिन आपां सारे मिलजुल के पंचम पातशाह धन धन श्री गुरु अर्जन देव महाराज उन्हां दा शहीदी दिहाड़ा अते
ਭਗਤ ਕਬੀਰ ਮਹਾਰਾਜ ਜੀ ਦਾ ਜਨਮ ਅਤੇ ਸਨ 1984 ਵਿੱਚ ਹੋਏ ਵੱਡੇ ਘੱਲੂਘਾਰੇ ਉਹ ਸਮੇਂ ਵਿੱਚ ਸ਼ਹੀਦ ਹੋਏ ਸਿੰਘ ਸਿੰਘਣੀਆਂ ਅਤੇ ਛੋਟੇ ਛੋਟੇ ਬੱਚਿਆਂ ਨੂੰ ਸ਼ਰਧਾਂਜਲੀ ਭੇਟ ਕਰਨ ਤੇ ਆਪਾਂ ਸਾਰੇ ਇਕੱਠੇ ਹੋਏ ਆ। ਆਓ ਸਾਰੇ ਗੱਜ ਵੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲੀ ਸੰਗਤ ਗੱਜ ਵੱਜ ਕੇ ਆਖੇ ਜੀ, ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ। ਪਿਆਰਿਓ, ਬਹੁਤ ਵੱਡੇ ਕਰਮਾਂ ਨਾਲ ਸੰਗਤ ਦਾ ਮੇਲ ਹੁੰਦਾ ਹੈ, ਕਿਉਂਕਿ ਸੱਚੇ ਗੁਰੂ ਦੀ ਸੰਗਤ ਕਰਕੇ ਹੀ ਅਸੀਂ ਸੱਚੇ ਮਾਲਕ ਨੂੰ ਮਿਲ ਸਕਦੇ ਹਾਂ। ਉਹ ਮਾਲਕ ਦੀ, ਉਹ ਪ੍ਰਮਾਤਮਾ ਦੀ, ਉਹ ਖਸਮ ਦੀ ਸੰਗਤ ਕਰੇ ਬਿਨਾ ਸਾਨੂੰ ਮਿਲ ਨਹੀਂ ਸਕਦਾ। ਇੱਕ ਗੁਰੂ ਹੋਏ ਨੇ, ਭਗਤ ਹੋਏ ਨੇ, ਤੇ ਗੁਰਮੁਖ ਪਿਆਰਿਓ ਆਪਣੇ ਵਰਗੇ ਮਨੁੱਖ ਸੁਧਾਰਨ, ਕਿਉਂਕਿ ਪਿਆਰਿਓ ਜਿਹੜਾ ਭਗਤ ਹੁੰਦਾ ਹੈ ਉਹ ਭਗਤ ਆਪਣਾ ਜੀਵਨ ਨੂੰ ਲੇਖੇ ਲਾਉਂਦਾ ਹੈ ਉਸ ਮਾਲਕ ਦੀ ਗੋਦ ਦਾ ਆਨੰਦ ਮਾਣਨ ਵਾਸਤੇ ਕਿ ਮੈਂ ਉਹਦੀ ਗੋਦ ਦਾ ਆਨੰਦ ਲੈ ਸਕਦਾ। ਤੇ ਮੇਰੇ ਮਾਲਕ ਦੀ ਗੋਦ, ਜੋ ਉਹਦੀ ਗੋਦ ਵਿੱਚ ਜਾਈਦਾ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਹੋਰਾ ਹਉ ਸੰਭਲ ਥਕੀ ਜੀ ਕਦੇ ਨਾ ਬੋਲਾ। ਉਹ ਕੌੜਾ ਬੋਲੀ ਬੋਲਦਾ, ਪਰ ਝੂਠੇ ਬੰਦੇ ਨੂੰ ਉਹ ਸੱਚੇ ਬੋਲ ਵੀ ਕੌੜੇ ਲੱਗਦੇ ਨੇ। ਜਪੋ ਸਤਨਾਮ ਸ੍ਰੀ ਵਾਹਿਗੁਰੂ। ਭਗਤ ਹੈ ਜਿਹੜਾ, ਭਗਤ ਆਪਣਾ ਜੀਵਨ ਦਾ ਕੱਲਾ ਕੱਲਾ ਸਾਹ, ਆਪਣੇ ਜੀਵਨ ਦਾ ਕੱਲਾ ਕੱਲਾ ਪਲ ਉਸ ਮਾਲਕ ਦੀ ਸਾਧਨਾ ਦੇ ਵਿੱਚ, ਉਸ ਮਾਲਕ ਦੀ ਜਪ ਤਪ ਦੇ ਵਿੱਚ ਲੰਘਾ ਦਿੰਦਾ ਹੈ, ਤਾਂ ਕਿ ਉਹ ਉਸ ਮਾਲਕ ਦੀ ਗੋਦ ਦਾ ਆਨੰਦ ਮਾਣ ਸਕੇ। ਹੁਣ ਇਹਦੇ ਪਿੱਛੇ ਇੱਕ ਜੀਵਨ ਨਹੀਂ ਲੱਗਦਾ। ਭਗਤ ਰਵਿਦਾਸ ਜੀ ਵੀ ਆਖਦੇ ਨੇ, ਬਹੁਤ ਜਨਮ ਵਿਛਰੇ ਥੇ ਮਾਧੋ, ਇਹੋ ਜਨਮ ਤੁਮਾਰੇ ਲਿਖੇ। ਜਿਹੜਾ ਹੁਣ ਦਾ ਮੇਰਾ ਜਨਮ ਹੈ ਨਾ, ਪਿਛਲਾ ਵੀ ਤੇ ਹੁਣ ਦਾ ਵੀ ਤੇਰੇ ਲੇਖੇ ਵਿੱਚ ਲਾ ਰਿਹਾ। ਕਿਉਂ? ਤਾਂ ਕਿ ਮੈਂ ਤੇਰੀ ਗੋਦ ਦਾ ਆਨੰਦ ਮਾਣ ਸਕਾਂ। ਪਹਿਲੇ ਹੋ ਗਏ ਜਿਹੜੇ ਪਲ ਪਲ ਦੀ ਭਗਤੀ ਕਰਕੇ ਉਸ ਮਾਲਕ ਦੀ ਗੋਦ ਦਾ ਆਨੰਦ ਮਾਣਨਾ ਚਾਹੁੰਦੇ ਨੇ। ਇਹ ਮੰਨਦੇ ਨੇ, ਜੋ ਜੋ ਗੁਰਬਾਣੀ ਕਹਿੰਦੀ ਹੈ ਉਹਨੂੰ ਮੰਨਦੇ ਨੇ, ਜੋ ਜੋ ਗੁਰੂ ਸਾਹਿਬ ਕਹਿੰਦੇ ਨੇ ਉਹਨੂੰ ਸੱਤ ਸੱਤ ਕਹਿ ਕੇ ਮੰਨਦੇ ਨੇ ਤੇ ਜੀਵਨ ਵਿੱਚ ਲਾਗੂ ਕਰਦੇ ਨੇ। ਇਹਨੂੰ ਕਹਿੰਦੇ ਆ ਭਗਤ। ਇਹ ਤੋਂ ਬਾਅਦ ਚਾਹੁੰਦੇ ਨੇ ਧਰਮੀ ਮਨੁੱਖ, ਉਹ ਸੁਣਦੇ ਨੇ, ਪੁੰਨ ਕਰਦੇ ਨੇ ਤੇ ਨਾਲ ਪਾਪ ਵੀ ਕਰਦੇ ਨੇ। ਬੰਦੇ ਨੇ ਆਪਣੇ ਗੁਰੂ ਤੋਂ ਸਿੱਖਿਆ ਲਈ, ਸਿੱਖਿਆ ਲੈ ਕੇ ਉਦੋਂ ਬਾਅਦ ਉਹਨੇ ਆਪਣੇ ਜੀਵਨ ਵਿੱਚ 50% ਮੰਨ ਲਈ ਤੇ 50% ਆਪਣੀ ਕੀਤੀ ਤੇ ਉਹ ਹੋ ਗਏ ਸਧਾਰਨ ਮਨੁੱਖ। ਤੇ ਇਹ ਤੋਂ ਬਾਅਦ ਚਾਹੁੰਦੇ ਨੇ ਜਿਹੜੇ ਸੁਣੀ ਜਾਂਦੇ ਨੇ ਪਰ ਮੰਨਦੇ ਨਹੀਂ,
ਸੁਣਦੇ ਜ਼ਰੂਰ ਨੇ ਕਿ ਮਾਲਕ ਦਾ ਨਾਮ ਜਪਿਆ ਕਰ, ਤੇਰੇ ਦੁੱਖ ਕਲਾ ਕਲੇਸ਼ ਟੁੱਟ ਜਾਣਗੇ। ਉਸ ਮਾਲਕ ਦੇ ਨਾਮ ਨਾਲ ਜੁੜ, ਤੇਰਾ ਜੀਵਨ ਸਵਰ ਜਾਏਗਾ। ਸੁਣਦੇ ਜ਼ਰੂਰ ਨੇ ਪਰ ਜੀਵਨ ਦੇ ਵਿੱਚ ਲਾਗੂ ਨਹੀਂ ਕਰਦੇ। ਇਹ ਹੋ ਗਿਆ ਮਨੁੱਖ। ਤੇ ਫਿਰ ਇੱਕ ਆਉਂਦੇ ਨੇ ਜਿਹੜੇ ਨਾ ਇਸ ਕੰਨ ਤੋਂ ਗੁਰੂ ਦੀ ਬਾਣੀ ਸੁਣਨ ਨਾ ਮੰਨਣ, ਉਹ ਹੋ ਗਏ ਮਨਮੁਖ, ਜਿਹੜੇ ਗੁਰੂ ਤੋਂ ਬਹੁਤ ਦੂਰ ਨੇ। ਹੁਣ ਆਪਾਂ ਆਪਣਾ ਹਿਸਾਬ ਲਾ ਲਈਏ, ਅਸੀਂ ਕਿਹੋ ਜਿਹੇ ਆ ਪਿਆਰਿਓ। ਤੇ ਸਭ ਤੋਂ ਉੱਤਮ ਜਿਹੜੇ ਉੱਪਰ ਹੁੰਦੇ ਨੇ, ਜਿਹੜੇ ਸਮਾਧੀਆਂ ਨਹੀਂ ਲਾਉਂਦੇ, ਜਿਨ੍ਹਾਂ ਨੂੰ ਕੋਈ ਸਿਮਰਨ ਦੇ ਚੌਕੜਾ ਮਾਰ ਕੇ ਬੈਠਣ ਦੀ ਲੋੜ ਨਹੀਂ, ਜਿਹੜੇ ਸੁੱਤੇ ਸਿੱਧ ਜਨਮ ਲੈਂਦੇ ਹੀ ਉਸ ਦੀ ਗੋਦ ਦਾ ਆਨੰਦ ਮਾਣਦੇ ਨੇ, ਜਿਨ੍ਹਾਂ ਨੇ ਕੋਈ ਸਮਾਧੀ ਨਹੀਂ ਲਾਈ, ਜਿਨ੍ਹਾਂ ਨੇ ਜੀਵਨ ਨਹੀਂ ਲਾਇਆ, ਜਿਨ੍ਹਾਂ ਨੂੰ ਜਨਮ ਹੁੰਦਿਆਂ ਹੀ ਉਸ ਮਾਲਕ ਦੀ ਗੋਦ ਦਾ ਆਨੰਦ ਮਿਲ ਜਾਏ, ਜਿਹੜੇ ਸਵਾਸਾਂ ਦੇ ਨਾਲ ਉਸ ਮਾਲਕ ਦਾ ਆਨੰਦ ਮਾਣਨ ਲੱਗ ਜਾਣ, ਉਹ ਹੁੰਦੇ ਨੇ ਪੂਰਨ ਗੁਰੂ। ਜਪੋ ਸਤਨਾਮ। ਜਿਵੇਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਛੋਟੀ ਜੀ ਉਮਰ ਹੈ ਤੇ ਪਿਆਰਿਓ, ਛੋਟੀ ਜੀ ਉਮਰ ਹੈ ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਪੁੱਤਰ ਨੇ ਗੁਰੂ ਰਾਮਦਾਸ ਜੀ ਮਹਾਰਾਜ ਜੀਆਂ ਦੇ। ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਪਹਿਲੇ ਪੁੱਤਰ ਪ੍ਰਿਥੀ ਚੰਦ, ਫਿਰ ਮਹਾਦੇਵ, ਫਿਰ ਗੁਰੂ ਅਰਜਨ। ਪਿਆਰਿਓ, ਗੁਰੂ ਅਰਜਨ ਦੇਵ ਮਹਾਰਾਜ ਬਹੁਤ ਛੋਟੀ ਉਮਰ ਚ ਨੇ ਤੇ ਸਰੀਰਕ ਪੱਖੋਂ ਭਾਰੀ ਸੀ ਛੋਟੇ ਹੁੰਦੇ। ਤੇ ਪਿਆਰਿਓ, ਗੁਰੂ ਅਮਰਦਾਸ ਮਹਾਰਾਜ ਜੀਆਂ ਦੀ ਗੱਦੀ ਲੱਗੀ ਹੈ। ਜਿਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਗੱਦੀ ਲੱਗੀ ਹੋਈ ਹੈ ਨਾ, ਐਵੇਂ ਗੁਰੂ ਅਮਰਦਾਸ ਮਹਾਰਾਜ ਜੀਆਂ ਦੀ ਗੱਦੀ ਲੱਗੀ ਹੈ। ਤੇ ਗੁਰੂ ਅਰਜਨ ਦੇਵ ਮਹਾਰਾਜ ਛੋਟੀ ਜੀ ਉਮਰ ਵਿੱਚ ਪਲੰਗ ਨੂੰ ਹੱਥ ਪਾਇਆ ਤੇ ਗੱਦੀ ਉੱਤੇ ਚੜ੍ਹਨਾ ਸ਼ੁਰੂ ਕਰ ਦਿੱਤਾ। ਮਾਤਾ ਭਾਨੀ ਭੱਜੀ ਆਈ, ਹੇ ਪੁੱਤਰ ਅਰਜਨ, ਇਹ ਤੇਰੇ ਗੁਰਮੁਖ ਪਿਆਰਿਓ, ਇਹ ਗੁਰੂ ਨਾਨਕ ਦੀ ਗੱਦੀ ਹੈ, ਇਹਦੇ ਉੱਤੇ ਬੈਠਿਆ ਨਹੀਂ ਕਰਦੇ ਬੇਟਾ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਮੁਸਕਰਾਉਂਦਿਆਂ ਹੋਇਆਂ ਗੁਰੂ ਅਰਜਨ ਦੇਵ ਮਹਾਰਾਜ ਨੂੰ ਆਪਣੀ ਗੋਦੀ ਵਿੱਚ ਲਿਆ ਤੇ ਚੱਕ ਕੇ ਗੁਰਗੱਦੀ ਉੱਤੇ ਬੈਠ ਕੇ ਤੇ ਕਹਿ ਦਿੱਤਾ, ਭਾਨੀ, ਇਹ ਤਾਂ ਵੱਡੇ ਵੱਡੇ ਗ੍ਰੰਥ ਉਹਨਾਂ ਦੀ ਰਚਨਾ ਕਰੇਗਾ। ਜਪੋ ਸਤਨਾਮ। ਸੁਤੇ ਸਿੱਧ ਗਿਆਨ, ਸੁਤੇ ਸਿੱਧ ਗੁਰੂ ਦੀ ਬੁੱਕਲ ਦਾ ਆਨੰਦ ਮਾਣਿਆ, ਕੋਈ ਭਗਤੀ ਨਹੀਂ ਕੀਤੀ। ਉਹ ਮਾਲਕ ਦਾ ਰੂਪ ਆਪ ਸਨ। ਉਹ ਸਾਡੇ ਵਰਗੇ ਥੋੜੀ ਸੀ ਜਿਨ੍ਹਾਂ ਨੂੰ 84 ਦੀ ਕੱਟਣੀ ਪੈਣੀ ਹੈ, ਜਿਨ੍ਹਾਂ ਨੂੰ ਭੋਗਣਾ ਪੈਣਾ। ਉਹ ਤਾਂ ਪਰਉਪਕਾਰੀ ਸੰਤ ਮਹਾਂਪੁਰਖ ਅਕਾਲ ਪੁਰਖ ਸਨ। ਪਿਆਰਿਓ, ਆਹਾ ਪੜ ਵੀ ਲਈ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ। ਕੌਣ ਦੱਸੇ ਭਾਨੀ, ਇਹ ਜਿਹੜਾ ਗੱਦੀ ਉੱਤੇ ਚੜ੍ਹਦਾ, ਇੱਕ ਦਿਨ ਇਹਨੇ ਇਸ ਗੱਦੀ ਦਾ ਰਾਜਾ ਬਣ ਜਾਣਾ। ਇਹ ਗੱਦੀ ਦਾ ਹੱਕਦਾਰ ਹੈ। ਭਾਵੇਂ ਇਹ ਤੋਂ ਵੱਡੇ ਹੋਰ ਦੋ ਨੇ, ਪਰ ਨਹੀਂ, ਇੱਕ ਦਿਨ ਇਹ ਇਸ ਗੱਦੀ ਉੱਤੇ ਬੈਠੇਗਾ। ਇਹਨੇ ਗ੍ਰੰਥਾਂ ਦੀ ਰਚਨਾ ਕਰਨੀ। ਕੀ ਆਖਦਾ ਹੈ? ਪਰ ਉਪਕਾਰੀ ਆਏ ਤੇਰੇ ਜਨ, ਪਰ ਉਪਕਾਰੀ ਆਏ, ਪਰ ਉਪਕਾਰੀ ਆਏ ਤੇਰੇ
ਭਾਨੀ ਜਿਹੜਾ ਇਹ ਬੱਚਾ ਗੱਦੀ ਪਲੰਘ ਨੂੰ ਫੜ ਕੇ ਉੱਪਰ ਚੜ ਰਿਹਾ ਹੈ, ਇਹ ਹੱਕਦਾਰ ਹੈ, ਇਹ ਉੱਤਮ ਸਿੱਖ ਨੇ। ਤੇ ਪਿਆਰਿਓ, ਉਮਰ ਵੱਡੀ ਹੋਈ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੂੰ ਗੁਰਗੱਦੀ ਮਿਲੀ ਤੇ ਗੁਰੂ ਰਾਮਦਾਸ ਮਹਾਰਾਜ ਜੀ ਤੇ ਪਿਆਰਿਓ, ਇਹਨਾਂ ਦੇ ਬੱਚੇ ਪ੍ਰਿਥੀ ਚੰਦ ਮਹਾਦੇਵ ਤੇ ਗੁਰੂ ਅਰਜਨ। ਇੱਥੇ ਕੀ ਹੋਇਆ ਕਿ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਸੇਵਾ ਗੁਰੂ ਅਰਜਨ ਦੇਵ ਮਹਾਰਾਜ ਨੇ ਕੀਤੀ। ਆਪਾਂ ਪਿਛਲੇ ਸਮਾਗਮ 'ਚ ਸੁਣਾਇਆ ਸੀ ਸਾਰਾ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ। ਇਹਨੇ ਚਿੱਠੀਆਂ ਵੀ ਲੁਕੋ ਕੇ ਰੱਖੀਆਂ, ਜਿਹਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਆਪਣੇ ਪਿਤਾ ਗੁਰਪਿਤਾ ਦੇ ਪ੍ਰੇਮ ਵਿੱਚ ਭਿੱਜੀਆਂ ਚਿੱਠੀਆਂ ਵੀ ਭੇਜ ਰਹੇ ਨੇ। ਤੇ ਪਿਆਰਿਓ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਵੇਲਾ ਆ ਗਿਆ ਹੈ। ਗੁਰੂ ਰਾਮਦਾਸ ਮਹਾਰਾਜ ਜੀ ਨੇ ਸਰੀਰ ਛੱਡਣਾ ਹੈ ਤੇ ਬਾਬਾ ਬੁੱਢਾ ਜੀਆਂ ਨੂੰ ਨਾਲ ਲਿਆ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀਆਂ ਦੇ ਚਰਨਾਂ ਵਿੱਚ ਮੱਥਾ ਟੇਕ ਦਿੱਤਾ ਤੇ ਆਖ ਦਿੱਤਾ, ਬਾਬਾ ਬੁੱਢਾ ਜੀ, ਗੁਰੂ ਨਾਨਕ ਦੀ ਗੱਦੀ ਦੀ ਪੰਜਵੀਂ ਜੋਤ ਗੁਰੂ ਅਰਜਨ ਜੀ ਨੇ। ਕਮਾਲ ਕਰ ਦਿੱਤੀ। ਇਹ ਗੱਦੀ ਅੱਜ ਤੋਂ ਬਾਅਦ ਇਹਨਾਂ ਦੀ ਹੈ। ਅਸਲ ਵਿੱਚ ਪੰਜਵੇਂ ਪਾਤਸ਼ਾਹ ਸਿੱਖ ਗੁਰੂਆਂ ਦਾ ਮੱਧ ਹੈ, ਜਿਨ੍ਹਾਂ ਨੇ ਆ ਕੇ ਪਿੱਛੋਂ ਸਾਰੀ ਬਾਣੀ ਇਕੱਠੀ ਕੀਤੀ, ਇਕੱਤਰ ਕੀਤੀ। ਤੇ ਪਿਆਰਿਓ, ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਕਿਹਾ ਕਿ ਇਹਨਾਂ ਨੂੰ ਗੁਰੂ ਬਣਾ ਦਿੱਤਾ ਹੈ, ਤਾਂ ਇਹਨਾਂ ਦੇ ਵੱਡੇ ਭਰਾ ਪ੍ਰਿਥੀ, ਪਿਆਰਿਓ, ਉਹ ਤੋਂ ਸਹਿਨ ਨਹੀਂ ਹੋਇਆ ਕਿ ਮੈਂ ਵੱਡਾ, ਹੱਕ ਮੇਰਾ ਬਣਦਾ ਹੈ। ਤੇ ਗੁਰਮੁਖ ਪਿਆਰਿਓ, ਗੁਰੂ ਅਰਜਨ ਦੇਵ ਮਹਾਰਾਜ ਚੁੱਪ ਬੈਠੇ ਨੇ, ਸ਼ਾਂਤ ਬੈਠੇ ਨੇ। ਤਪਤ ਕੜਾਹਾ ਬੁਝ ਗਿਆ ਗੁਰ ਸੀਤਲ ਨਾਮ ਦਿਓ। ਉਹਨਾਂ ਦਾ ਭਰਾ ਉਹਨਾਂ ਨੂੰ ਮੰਦੇ ਸ਼ਬਦ ਬੋਲ ਰਿਹਾ ਹੈ, ਉਹਨਾਂ ਦਾ ਭਰਾ ਉਹਨਾਂ ਨੂੰ ਉੱਚੇ ਬੋਲ ਰਿਹਾ ਹੈ, ਪਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਉਸ ਵੇਲੇ ਵੀ ਸ਼ਾਂਤ ਬੈਠੇ ਨੇ। ਸਾਨੂੰ ਕੋਈ ਉਗਲੀ ਵੀ ਕਰਦਾ ਏ ਤੇ ਗੁਰਮੁਖ ਪਿਆਰਿਓ ਛਾਲਾਂ ਮਾਰਦੇ ਨੇ। ਰੋ ਵਿਚਾਰ ਤਾਂ ਪਿਆਰਿਓ, ਮਾਤਾ ਭਾਨੀ ਜੀ ਆਏ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਚੌਂਕੜਾ ਮਾਰ ਕੇ ਬੈਠੇ ਨੇ। ਮਾਤਾ ਭਾਨੀ ਜੀ ਨੇ ਸਿਰ ਉੱਤੇ ਹੱਥ ਰੱਖਿਆ ਤੇ ਕਹਿੰਦੇ ਆ, ਪੁੱਤਰ ਇੱਥੇ ਫਿਰ ਸ਼ਬਦ ਪੜ੍ਹ ਵੀ ਦਿਓ, ਪੂਤਾ ਮਾਤਾ ਕੀ ਅਸੀਸ। ਫਿਰ ਮਾਂ ਅਸੀਸ ਦਿੰਦੀ ਹੈ। ਪੰਜਵੇਂ ਪਾਤਸ਼ਾਹ ਨੇ ਗੁਰਬਾਣੀ 'ਚ ਵੀ ਦਰਜ ਕੀਤਾ, ਮਾਤਾ ਭਾਨੀ ਮਾਂ ਆਪਣੇ ਪੁੱਤਰ ਤੇ ਸਿਰ ਉੱਤੇ ਹੱਥ ਰੱਖ ਕੇ ਉਹਨੂੰ ਦੁਆਵਾਂ ਦਿੰਦੀ ਹੈ। ਕੀ ਦੁਆਵਾਂ ਦਿੰਦੀ ਆ, ਉਹ ਸੁਣ ਲਈ। ਜਿਤ ਸਿਮਰਤ ਸਭ ਕਿਲ ਵਿਕ ਨਸਹੇ, ਪਿਤਰੀ ਹੋਏ ਉਧਾਰੋ। ਕਹਿੰਦੇ ਜਿਹੜਾ ਨਾਮ ਸਿਮਰਿਆ, ਜਿਹੜਾ ਨਾਮ ਜਪਿਆ, ਸਾਡੇ ਸਾਰੇ ਦੁੱਖ ਕਲਾ ਕਲੇਸ਼ ਪਾਪ ਤਜ ਜਾਂਦੇ ਨੇ, ਖਤਮ ਹੋ ਜਾਂਦੇ ਨੇ। ਜਿਹੜਾ ਨਾਮ ਜਪਦੇ ਆ, ਸਾਡੇ ਪਿਤਰਾਂ ਦਾ ਵੀ ਉਧਾਰ ਹੋ ਜਾਂਦਾ ਹੈ। ਅਗਲੀ ਪੱਲੀ ਜੋ ਹਰ
तुम सद ही जपो जागा अंत ना पारो। कहते जेड़े परमात्मा दा गुण गाया ही नहीं जा सकता जिन्ना मर्जी गाइए, जेड़े परमात्मा दा कोई पल्ला नहीं पड़ सकता, जेड़े परमात्मा दा कोई आकार नहीं, रूप नहीं, अख नहीं, नक नहीं, कंन नहीं, कोई शरीर नहीं। ते प्यारे माता भानी जी गुरु साहब नूं कहंदे ने जिहदा कोई अंत नहीं पा सकदा ओदा नाम जपदा रहो। गुरु अर्जन पूता माता की आसीस निमख न विसरो तुमको हर हर सदा बजो जगदीश। मां कहंदी पुत्र अर्जन तेनू तेरी मां असीस दिंदी है कि तेनू अख झमकण दे वेले विच भी परमात्मा ना विसर जाए। ऐसी मां असीस देवे तां आनंद ही आ जाए। हे पुत्र अर्जन तेरी मां तेनू असीस दे रही है कि जिवें अख झमकण दा वेला हुंदा ना उन्ने क समय लई भी तेरे अंदरों परमात्मा का नाम ना विसरे। दोबारा पढ़ियो दोनों पंक्तियां। मां दी असीस देखो अपने पुत्र वास्ते। पूता माता की आसीस निमख न विसरो तुमको हर हर सदा बजो जगदीश। आओ पढ़ भी लईए। मां की कहती है बड़ा भरा विरोध है, बड़ा भरा ने विरोध कर दिता, बड़े भरा ने कह दिता मेरा हक है। पर मां कहती है पुत्र तेनों तेरी मां की असीस है, तेरे अंदरों पल पढ़ भी शब्द हो पूता माता की आशीष। दोबारा पढ़ियो दो ध्यान नाल सरवण करो, बाहर ध्यान नहीं लेके जाना। पूता माता की आशीष निमख ना विसरो तुमको हर हर सदा मां ने असीस दी ते गुरु अर्जन देव महाराज तकड़े हो गए। ते प्यारेओ गुरु अर्जन देव सच्चे पातशाह नूं छोटे हुंदे गुरु अमरदास महाराज ने की किया, कहंदे दोहता बानी का बहुता। आज सुखमणी साहब पढ़ लियो, आनंद साहब पढ़ लियो, रखिया दे शब्द पढ़ लियो। गुरु अर्जन देव सच्चे पातशाह आप हाजिर ने। जपो सतनाम, जपो सतनाम। प्यारेओ गुरु अर्जन देव सच्चे पातशाह जी उन्हां दे पग बन्नण दी रस्म शुरू हो रही है। जदों पग बन्नणी शुरू होई तां पृथ्वी चंद ने आके पाता रौला, कहंदा बाबा बुड्ढा जी पहला तां मेरे पिता दे तुसीं कंन भरे, हुण तुसीं इहनूं पग दे रहे हो, मेरे नाल किड्डा वड्डा धोखा है। मेरी जुबान कंबदी आ बोलदे होए, पर पृथ्वी चंद ने गुरु अर्जन देव सच्चे पातशाह जियां दी पग बाबा बुड्ढा जी दे हथ विचों खोल कि मेरे सिर से पग बंधी जानी चाहिए। आहा श्री चंद महाराज धन धन श्री गुरु नानक देव महाराज उन्हां दे सुपुत्र
ਇਹਨਾਂ ਨੇ 2 ਪੱਗਾਂ ਭੇਜੀਆਂ। ਕਹਿੰਦੇ ਸਾਧੂ ਕੀ ਹੁੰਦੇ ਨੇ? ਇਹ ਹੁੰਦੇ ਨੇ ਸਾਧੂ। 2 ਪੱਗਾਂ ਭੇਜੀਆਂ, ਇੱਕ ਪੱਗ ਪ੍ਰਿਥੀ ਚੰਦ ਲਈ ਤੇ ਇੱਕ ਪੱਗ ਗੁਰੂ ਅਰਜਨ ਦੇਵ ਲਈ। ਕਹਿੰਦੇ 2 ਪੱਗਾਂ ਦਾ ਮਤਲਬ ਕੀ? ਸ਼੍ਰੀ ਚੰਦ ਮਹਾਰਾਜ ਕਹਿੰਦੇ ਇੱਕ ਪੱਗ ਤੇ ਪਿਆਰਿਓ ਤੇ ਗੁਰੂ ਅਰਜਨ ਕੇ ਵਧੇ ਪ੍ਰਿਥੀ ਚੰਦ ਦੇ ਰੜਕੜੀਆ ਗੱਦੀ ਹੱਥ ਚ, ਕਹਿੰਦਾ ਗੱਦੀ ਤੇ ਮੈਂ ਬਹਿਣਾ। ਤੇ ਪ੍ਰਿਥੀ ਚੰਦ ਨੂੰ ਉਹਦੀ ਘਰ ਵਾਲੀ ਕਹਿੰਦੀ ਤੂੰ ਹੁਣ ਗੱਦੀ ਨਹੀਂ ਲੈਣੀ। ਕਹਿੰਦਾ ਗੱਦੀ ਲੈਣੀ ਹੈ, ਉਹ ਗੱਦੀ ਮੇਰੇ ਪੁੱਤਰ ਦੀ ਗੱਦੀ ਹੈ। ਗੁਰੂ ਅਰਜਨ ਨੂੰ ਮੇਰੇ ਪੁੱਤਰ ਨੂੰ ਗੱਦੀ ਦੇਣੀ ਪੈਣੀ ਹੈ। ਕਹਿੰਦੇ ਕਿਉਂ? ਕਹਿੰਦੇ ਉਹਦੀ ਪਤਨੀ ਮਾਤਾ ਗੰਗਾ, ਉਹਦੇ ਬੱਚਾ ਨਹੀਂ ਹੋਣਾ, ਉਹ ਤਾਂ ਖਾਲੀ ਹੱਥ ਤੁਰਦੇ। ਜਦੋਂ ਆਹ ਗੱਲ ਆ ਕੇ ਦਾਸੀ ਨੇ ਦੱਸੀ, ਹੇ ਮਾਂ ਗੰਗਾ, ਪ੍ਰਿਥੀ ਚੰਦ ਕਹਿੰਦੇ ਕਿ ਤੇਰੇ ਕਦੇ ਔਲਾਦ ਨਹੀਂ ਹੋਣੀ, ਤੂੰ ਦੁਨੀਆ ਤੋਂ ਖਾਲੀ ਜਾਏਗੀ। ਜਦੋਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਘਰ ਪਰਤੇ, ਮਾਂ ਗੰਗਾ ਨੇ ਆਪਣੇ ਪਤੀ ਪਰਮੇਸ਼ਰ ਦੇ ਚਰਨ ਪਕੜ ਲਏ ਤੇ ਕਹਿੰਦੀ ਹੈ, ਅਰਜਨ ਦੇਵ ਮਹਾਰਾਜ, ਮੈਂ ਇਸ ਦੁਨੀਆ ਤੋਂ ਖਾਲੀ ਜਾਵਾਂਗੀ। ਤਾਂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਡਰਨਾ, ਇਸ ਮਾਲਕ ਦੇ ਘਰ ਵਿੱਚ ਦੇਰ ਹੈ ਅੰਧੇਰ ਨਹੀਂ। ਜਾ ਬਾਬਾ ਬੁੱਢਾ ਕੋਲ, ਤੈਨੂੰ ਬਾਬਾ ਬੁੱਢਾ ਜਾ ਕੇ ਬੱਚਾ ਦੇਗਾ। ਤੇਰੇ ਝੋਲੀ ਉਹਨਾਂ ਨੇ ਬਖਸ਼ਿਸ਼ਾਂ ਕਰਨੀਆਂ ਨੇ। ਤੇ ਮਾਂ ਤੇ ਗੁਰਮੁਖ ਪਿਆਰਿਓ ਬਾਬਾ ਬੁੱਢਾ ਜੀ ਕੋਲ ਆਈ। ਬਾਬਾ ਬੁੱਢਾ ਜੀ ਬੈਠੇ ਨੇ ਤੇ ਮਾਂ ਨੇ ਕੁਝ ਨਹੀਂ ਬੋਲਿਆ। ਤੇ ਬਾਬਾ ਬੁੱਢਾ ਜੀ ਕਹਿੰਦੇ ਆ, ਗੰਗਾ, ਤੇਰੀ ਕੁੱਖ ਵਿੱਚ ਤਾਂ ਯੋਧਾ ਪੈਦਾ ਹੋਏਗਾ। ਜਪੋ ਸਤਨਾਮ ਸ੍ਰੀ ਵਾਹਿਗੁਰੂ। ਅੱਜ ਵੀ ਬਾਬਾ ਬੁੱਢਾ ਜੀ ਸਥਾਨ ਤੇ ਜਾ ਕੇ ਮੰਗ ਕੇ ਦੇਖੋ, ਸਰਦਾ ਉਨੀ ਹੋਵੇ, ਬਸ ਝੋਲੀਆਂ ਭਰਦੇ ਨੇ, ਕਿਉਂ ਨਾ ਭਰੇ। ਪਿਆਰਿਓ, ਜਦੋਂ ਨਾ ਪ੍ਰਿਥੀ ਚੰਦ ਨੂੰ ਪੱਗ ਮਿਲੀ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ, ਇਹ ਪ੍ਰਿਥੀ ਚੰਦ, ਆਪਾਂ ਲੜਨਾ ਨਹੀਂ ਮੇਰੇ ਭਰਾ, ਆਪਾਂ ਇਹ ਕੰਮਾਂ 'ਚ ਨਹੀਂ ਪੈਣਾ। ਆਹ ਚੱਕ ਚਾਬੀਆਂ, ਆਹ ਚੱਕ ਗੋਲਕ ਦੀ ਮਾਇਆ, ਆਹ ਚੱਕ ਲੰਗਰਾਂ, ਸਭ ਕੁਝ ਦੇ ਦਿੱਤਾ ਭਰਾ ਨੂੰ। ਤੇ ਗੁਰਗੱਦੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕੋਲ। ਤੇ ਪਿਆਰਿਓ, ਪ੍ਰਿਥੀ ਚੰਦ ਨੇ ਸਾਰੇ ਚੋਲੇ ਚੱਕ ਲਏ, ਪ੍ਰਿਥੀ ਚੰਦ ਨੇ ਸਾਰੀ ਮਾਇਆ ਚੱਕ ਲਈ, ਪ੍ਰਿਥੀ ਚੰਦ ਨੇ ਸਾਰੇ ਲੰਗਰ ਖਾਲੀ ਕਰ ਦਿੱਤੇ, ਲੰਗਰ ਨਹੀਂ ਚੱਲ ਰਹੇ, ਮਸਤਾਨਾ ਕਰ ਦਿੱਤਾ ਲੰਗਰ। ਜਦੋਂ ਲੰਗਰ ਮਸਤਾਨਾ ਹੋਇਆ ਤੇ ਪਿਆਰਿਓ, ਆਹਾ, ਭਾਈ ਗੁਰਦਾਸ ਜੀ ਆਏ। ਜਦੋਂ ਭਾਈ ਗੁਰਦਾਸ ਜੀ ਆਏ, ਉਹਨਾਂ ਨੂੰ ਸੁੱਕੀ ਰੋਟੀ ਖਵਾ ਦਿੱਤੀ ਤੇ ਕਹਿੰਦਾ, ਭੈਣੇ, ਇਹ ਘਰ ਵਿੱਚ ਤਾਂ ਦੇਸੀ ਘਿਓ ਦੀਆਂ ਖੀਰਾਂ ਬਣਦੀਆਂ ਸੀ, ਇਹ ਸੁੱਕੀ ਰੋਟੀ ਕਿਉਂ? ਕਹਿੰਦੇ ਕੀ ਹਾਲ ਦੱਸਾਂ, ਇੱਕ ਦਿਨ ਪੂਰਾ ਲੰਗਰ ਫਰੋੜ ਦਿੱਤਾ, ਇੱਕ ਦਿਨ ਲੰਗਰ ਦੀ ਘਰ ਦੀ ਕੀ ਹਰ ਇੱਕ ਚੀਜ਼ ਫਰੋੜ ਦਿੱਤੀ, ਘਰ ਵਿੱਚ ਕੁਝ ਖਾਣ ਨੂੰ ਨਹੀਂ ਮਿਲਿਆ ਤੇ ਥੋੜਾ ਜਿਹਾ ਬੇਸਣ ਮਿਲਿਆ ਸੀ। ਤੇ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੂੰ ਉਸ ਬੇਸਣ ਦੀ ਰੋਟੀ ਦੇ ਦਿੱਤੀ ਤੇ ਉਹ ਚ ਵੀ ਚੜ੍ਹਦੀ ਕਲਾ ਚਲੇ। ਜਪੋ ਸਤਨਾਮ ਸ੍ਰੀ ਵਾਹਿਗੁਰੂ। ਅਸੀਂ ਚੋਪੜੀਆਂ ਖਾ ਕੇ ਵੀ ਦੁਖੀਆਂ, ਮੇਰਾ ਮਾਲਕ ਸੁੱਕੀ ਖਾ ਕੇ ਵੀ ਖੁਸ਼ ਹੈ।
पढ़ भी लईए। की गल हो गई गुरु अर्जन देव महाराज? रंग हसदे रंगां विच रोंदे, रंग हसदे हसदे रंगां विच रोंदे, परवाह ना किसे दी करदे साधु साधु, परवाह ना किसे दी करदे रंग हसदे। हसदे रंगां विच रोंदे, परवाह ना किसे दी करदे साधु साधु, परवाह ना किसे दी करदे रंग हसदे। गुरमुख प्यारिया, इत्थे गुरुआं ने भी सुक्की रोटी खाधी है, तू चोपड़ी खा के भी दुखी। प्यारियो, गुरु अर्जन देव सच्चे पातशाह जी आखदे ने कोई गल नहीं जे लंगर रोक दिते, लंगर मस्ताने हो गए, कोई गल नहीं, पर ਉਹ ਮੇਰਾ ਮਾਲਕ ਉਸ ਸਥਿਤੀ ਦੇ ਵਿੱਚ ਵੀ ਸ਼ਾਂਤ ਰਹਿ ਰਿਹਾ ਹੈ। ਇਹ ਤਾਂ ਪਤਾ ਉੱਥੋਂ ਹੀ ਲੱਗ ਗਿਆ ਸੀ ਕਿ ਇਹ ਤੱਤੀਆਂ ਤਵੀਆਂ ਤੇ ਬਹਿ ਕੇ ਕੀ ਤੜਫਾ ਲਾਉਂਗੇ ਤੁਸੀਂ, ਤੱਤਾ ਤੱਤਾ ਰੇਤਾ ਪਾ ਕੇ ਕੀ ਤੜਫਾ ਲਿਆਉਂਗੇ ਤੁਸੀਂ। ਚਾਹੇ ਸਰੀਰ ਦਾ ਚੰਮ ਉਤਰ ਜਾਵੇ, ਸਰੀਰ ਚ जलन उठी रहे, पर अंदर ता राम दा नाम है ना, अंदर ता वाहिगुरु दा नाम है। माता गंगा दे पुत्र होया ते पुत्र दा नामकरण होया हरगोबिंद। ते गुरमुख प्यारियो, ਪ੍ਰਿਥੀ ਚੰਦ ਨੂੰ ਪਤਾ ਲੱਗ ਗਿਆ, ਜਿਹੜੀ ਦਾਈ ਨੇ ਗੁਰੂ ਹਰਗੋਬਿੰਦ ਮਹਾਰਾਜ ਨੂੰ ਜਨਮ ਦਿੱਤਾ, ਪ੍ਰਿਥੀ ਚੰਦ ਨੇ ਉਹਨੂੰ ਜ਼ਹਿਰ ਦੇ ਦਿੱਤੀ ਤੇ ਕਹਿ ਦਿੱਤਾ ਹਰਗੋਬਿੰਦ ਨੂੰ ਜ਼ਹਿਰ ਦੇ ਕੇ ਮਾਰ ਦੇ। ਇੱਕ ਛੋਟੇ ਜਿਹੇ ਬੱਚੇ ਨੂੰ ਪਤਾ ਲੱਗਿਆ ਗੁਰੂ ਅਰਜਨ ਦੇਵ ਮਹਾਰਾਜ ਨੂੰ ਕਿ ਮੇਰੇ ਪੁੱਤਰ ਨੂੰ ਪਹਿਲੀ ਕੋਸ਼ਿਸ਼ ਕੀਤੀ ਆ ਮਾਰਨ ਦੀ, ਏਦਾਂ ਹੀ ਦੂਜੀ ਕੋਸ਼ਿਸ਼ ਕੀਤੀ ਜਾਨੋਂ ਮਾਰਨ ਦੀ ਗੁਰੂ ਹਰਗੋਬਿੰਦ ਮਹਾਰਾਜ ਨੂੰ, ਤੀਜੀ ਕੋਸ਼ਿਸ਼ ਕੀਤੀ ਜਿਹਦੇ ਵਿੱਚ ਉਸਨੇ ਬ੍ਰਹਮਣ ਨੂੰ ਖੀਰ ਦੇ ਵਿੱਚ ਦਹੀਂ ਦੇ ਵਿੱਚ ਜ਼ਹਿਰ ਪਾ ਕੇ ਦੇ ਦਿੱਤੀ ਕਿ ਉਹ ਬੱਚੇ ਦੇ ਮੁਖ ਨੂੰ ਲਾ ਦੇ ਤੇ ਗੁਰੂ ਹਰਗੋਬਿੰਦ ਮਹਾਰਾਜ ਜੀ ਨੂੰ ਜਾਨੋਂ ਮਾਰ ਦੇ। ਜਦੋਂ ਤੀਜੀ ਕੋਸ਼ਿਸ਼ ਤਾਂ ਗੁਰੂ ਅਰਜਨ ਦੇਵ ਮਹਾਰਾਜ ताती भाव न लगई पार ब्रह्म शरणाई, जो गिरद हमारे
ਕਹਿੰਦੇ ਗੁਰੂ ਹਰਗੋਬਿੰਦ ਇਹਦੇ ਅੰਦਰ ਪ੍ਰਮਾਤਮਾ ਦਾ ਨਾਮ ਟਿਕ ਗਿਆ ਤੇ ਦੁਨੀਆ ਦੀ ਕੋਈ ਵੀ ਪਾਵਰ ਇਹਨੂੰ ਹਿਲਾ ਨਹੀਂ ਸਕਦੀ। ਤੇ ਗੁਰਮੁਖ ਪਿਆਰਿਓ, ਇੱਕ ਨਾ ਚੱਲੀ ਪ੍ਰਿਥੀ ਚੰਦ ਦੀ, 3 ਮੌਕੇ ਸੀ ਬੱਚੇ ਨੂੰ ਨਾ ਮਾਰ ਪਾਏ, ਤੇ ਚੌਥੀ ਵਾਰ ਇਹ ਪ੍ਰਿਥੀ ਚੰਦ ਸੂਲੀਆ ਕੋਲ ਜਾਂਦਾ ਹੈ। ਸੂਲੀ ਨੂੰ ਕਹਿੰਦਾ ਤੂੰ ਮੇਰਾ ਦੋਸਤ ਹੈ। ਇਹ ਸੂਲੀ ਉਹ ਜਿਹਨੇ ਆਪਣੇ ਘਰਦਿਆਂ ਦੀ ਗਰਦਨ ਵੱਢ ਕੇ ਕਤਲ ਕਰ ਦਿੱਤਾ। ਕਹਿੰਦੇ ਸੂਲੀ ਤੇਰਾ ਦੋਸਤ ਹੋਵੇ ਤੇ ਤੂੰ ਮੇਰਾ ਦੋਸਤ ਹੈ, ਤੇਰੇ ਹੁੰਦੇ ਗੁਰੂ ਨਾਨਕ ਦੀ ਗੱਦੀ ਦਾ ਮੈਂ ਮਾਲਕ ਨਾ ਬਣਾ। ਕਹਿੰਦਾ ਦੱਸ ਦੇ ਕੀ ਕਰਨਾ ਹੈ। ਕਹਿੰਦਾ ਗੁਰੂ ਅਰਜਨ ਨੂੰ ਜਾਨੋਂ ਮਾਰਨਾ ਹੈ। ਇਧਰੋਂ ਸੂਲੀ ਚੜਿਆ ਆਪਣੇ ਘੋੜੇ ਤੇ, ਕਹਿੰਦਾ ਕਹਿ ਦਿਓ ਗੁਰੂ ਅਰਜਨ ਨੂੰ ਜੇ ਮੇਰੇ ਵਾਰ ਤੋਂ ਬਚ ਸਕਦਾ ਤਾਂ ਬਚ ਜਾਏ। ਉਹ ਸੰਗਤ ਖੜੀ ਹੋ ਗਈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਆਪਾਂ ਤਿਆਰੀ ਕਰ ਲਈਏ। ਇੱਕ ਸਿੱਖ ਆਇਆ, ਕਹਿੰਦਾ ਮੈਂ ਲਿਖ ਕੇ ਦੇ ਦਿੰਦਾ ਸੂਲੀ, ਤੇਰੇ ਨਾਲ ਤਾਂ ਮੇਰਾ ਕੋਈ ਵੈਰ ਨਹੀਂ। ਗੁਰੂ ਮਹਾਰਾਜ ਕਹਿੰਦੇ ਨਾ, ਕਹਿੰਦੇ ਲਿਖ ਕੇ ਦੇ ਦਿੰਦੇ, ਅਸੀਂ ਤਾਂ ਇਹੋ ਜਿਹਾ ਕੁਝ ਕਰਦੇ ਨਹੀਂ। ਗੁਰੂ ਅਰਜਨ ਦੇਵ ਕਹਿੰਦੇ ਨਾ। ਕਹਿੰਦੇ ਕੀ ਗੱਲ ਸੱਚੇ ਪਾਤਸ਼ਾਹ? ਕਹਿੰਦੇ ਤਾਤੀ ਵਾਹ ਨਾ ਲਗਈ ਪਾਰ ਬ੍ਰਹਮ ਸ਼ਰਨਾਈ। ਜਦੋਂ ਪਿਆਰਿਓ ਇਹ ਗੱਲ ਆਖੀ ਤੇ ਸੂਲੀ ਘੋੜੇ ਦੇ ਸਮੇਤ ਅੱਗ ਵਿੱਚ ਜਾ ਕੇ ਗਿਰ ਗਿਆ ਤੇ ਉੱਥੇ ਹੀ ਉਹ ਮਰ ਗਿਆ। ਕਿਹੜਾ ਪੰਗੇ ਲਏ ਆਓ ਪੜ ਵੀ ਲਈ। ਤਾਈਓ ਆਖਦੇ ਆ, ਪੜਦੇ ਹੁੰਦੇ ਆ ਨਾ, ਉਹ ਤੱਤੀ ਬਾਵੀ ਲਗਣ ਨਾ ਦੇਵੇ, ਤੱਤੀ ਬਾਵੀ ਲਗਣ ਨਾ ਦੇਵੇ,
ਗੁਰਮੁਖ ਪਿਆਰਿਓ, ਗੁਰੂ ਅਰਜਨ ਦੇਵ ਮਹਾਰਾਜ ਨੂੰ ਮਾਰਨ ਦੇ ਵਿੱਚ ਉੱਥੇ ਵੀ ਅਸਫਲ ਰਿਹਾ। ਇਸ ਦੁਨੀਆ ਦੇ ਰਾਜੇ ਮਹਾਰਾਜਿਆਂ ਨੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਤੱਤੀਆਂ ਤਵੀਆਂ ਤੇ ਬਿਠਾ ਦਿੱਤਾ। ਇਹ ਉਹੀ ਗੁਰੂ ਅਰਜਨ ਜੀ ਨੇ ਜਿਨ੍ਹਾਂ ਨੇ ਆਦਿ ਗੁਰੂ ਗ੍ਰੰਥ ਸਾਹਿਬ ਲਿਖੇ ਸੀ। ਇਹੀ ਤਾਂ ਕਾਰਨ ਸੀ ਤੱਤੀ ਤਵੀ ਤੇ ਬੈਠਣ ਦਾ, ਕਿ ਉਹ ਸੱਚ ਬੋਲਦੇ ਸੀ। ਤੇ ਪਿਆਰਿਓ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਤੱਤੀ ਤਵੀ ਤੇ ਬੈਠੇ ਨੇ ਤਾਂ ਸਤਨਾਮ ਵਾਹਿਗੁਰੂ, ਸਤਨਾਮ। ਆ ਪੱਖੇ ਬੰਦ ਹੋ ਗਏ ਸੀ, ਸਾਰੇ ਪਸੀਨੋ ਪਸੀਨੀ ਹੋ ਗਏ ਸੀ ਆਪਾਂ। ਆ ਟਾਈਮ ਦੇ ਵਿੱਚ ਮੇਰਾ ਗੁਰੂ ਤੱਤੀ ਤਵੀ ਤੇ ਬੈਠਾ ਹੈ, ਤੱਤਾ ਤੱਤਾ ਰੇਤਾ ਉੱਪਰ ਪਵਾਇਆ। ਕਿਉਂ? ਕਿਉਂਕਿ ਗੁਰੂ ਮਹਾਰਾਜ ਜੀ ਦੀ ਸੰਗਤ ਨੇ ਆਖ ਦਿੱਤਾ ਸੀ, ਪਾਤਸ਼ਾਹ ਆਪਣੇ ਆਪ ਨੂੰ ਚਵਾਰਾ ਤੇ ਸਾਨੂੰ ਮੋਰੀ ਦੱਸਦਾ ਹੈ, ਤੇ ਸਾਨੂੰ ਇਹ ਰਿਸ਼ਤਾ ਮਨਜ਼ੂਰ ਨਹੀਂ। ਇੱਕ ਸੰਗਤ ਦੇ ਹੁਕਮ ਦੇ ਨਾਲ ਅੱਜ ਗੁਰੂ ਤੱਤੀਆਂ ਤਵੀਆਂ ਤੇ ਬੈਠਾ ਹੈ। ਤੇ ਗੁਰਮੁਖ ਪਿਆਰਿਓ, ਆਪਣਾ ਹਿਸਾਬ ਲਾ ਲਓ, ਗੁਰੂ ਸਾਡੇ ਲਈ ਤੱਤੀਆਂ ਤਵੀਆਂ ਤੇ ਬੈਠ ਸਕਦਾ ਹੈ। ਅਸੀਂ ਆਪਣੇ ਜੀਵਨ 'ਚ ਸੱਚੇ ਬਣ ਕੇ ਨਹੀਂ ਰਹਿ ਸਕਦੇ ਆਪਣੇ ਗੁਰੂ ਲਈ। ਕੀ ਮੰਗਦਾ ਹੈ ਗੁਰੂ? ਹੋਰ ਮੰਗਦਾ ਕੀ ਹੈ ਗੁਰੂ? ਇੱਕ ਕੇਵਲ ਤੇ ਕੇਵਲ ਇੱਕ ਚੀਜ਼ ਮੰਗਦਾ ਹੈ, ਸੱਚੀ ਸੁੱਚੀ ਤੇ ਉੱਚੀ ਜ਼ਿੰਦਗੀ ਜਿਉ। ਸੱਚ ਬੋਲ, ਡਰਨ ਦੀ ਲੋੜ ਨਹੀਂ, ਤੱਤੀ ਤਵੀਆਂ ਤੇ ਬੈਠਣ ਦੀ ਲੋੜ ਨਹੀਂ, ਡਰਨ ਦੀ ਨੀਹਾਂ ਵਿੱਚ ਖੜ ਜਾਈ, ਡਰਨ ਦੀ ਲੋੜ ਨਹੀਂ। ਪਿਆਰਿਓ, ਚਾਹੇ ਬੰਦ ਕਟਵਾਉਣਾ ਪੈ ਜਾਏ, ਡਰਨ ਦੀ ਲੋੜ ਨਹੀਂ। ਤੇਰੇ ਨਾਲ ਮੈਂ ਖੜੀ। ਉਹ ਸਰੀਰ ਨੂੰ ਕੀ ਤੁਸੀਂ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੂੰ, ਉਹਨਾਂ ਦੇ ਸਰੀਰ ਨੂੰ ਕੀ ਮਾਰ ਲਾਉਂਗੇ? ਉਹਨਾਂ ਦੀ ਸੋਚ ਸੋਤੋਂ ਨਹੀਂ ਮਰੀ। ਕਹਿੰਦੇ ਪ੍ਰਿਥੀ ਚੰਦ ਸਾਰਾ ਲੰਗਰ ਲੈ ਗਿਆ, ਪ੍ਰਿਥੀ ਚੰਦ ਸਾਰੇ ਚੋਲੇ ਲੈ ਗਿਆ, ਪ੍ਰਿਥੀ ਚੰਦ ਸਾਰੇ ਘੋੜੇ ਲੈ ਗਿਆ। ਓਏ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਪਦਾਰਥੀ ਲੈ ਕੇ ਗਿਆ, ਮੇਰਾ ਜਿਹੜਾ ਅੰਦਰ ਬੈਠੇ ਉਹਨੂੰ ਤਾਂ ਨਹੀਂ ਲੈ ਗਿਆ। ਜਪੋ ਸਤਨਾਮ ਸ੍ਰੀ ਵਾਹਿਗੁਰੂ। ਤੇਰੀ ਅੰਦਰ ਦੀ ਸ਼ਾਂਤੀ ਹੋਣੀ ਚਾਹੀਦੀ ਹੈ, ਤੇਰੇ ਅੰਦਰ ਦੀ ਸਪਸ਼ਟਤਾ, ਤੇਰੇ ਅੰਦਰ ਦੀ ਸੰਪੂਰਨਤਾ, ਤੇਰੇ ਅੰਦਰ ਦਾ ਭਰਿਆ ਹੋਇਆ ਰੱਜਿਆ ਹੋਇਆ ਰਾਜਾ ਹੋਣਾ ਚਾਹੀਦਾ ਹੈ। ਜੇ ਤੂੰ ਅੰਦਰੋਂ ਰਾਜਾ ਹੈ, ਤੈਨੂੰ ਰਾਜ ਗੱਦੀਆਂ ਦੀ ਲੋੜ ਨਹੀਂ। ਜਪੋ ਸਤਨਾਮ ਸ੍ਰੀ ਵਾਹਿਗੁਰੂ। ਜੇ ਤੂੰ ਅੰਦਰੋਂ ਰਾਜਾ ਬਣ ਜਾਏ, ਤੈਨੂੰ ਦੁਨੀਆ ਦੀ ਕੋਠੀਆਂ ਦੀ ਲੋੜ ਨਹੀਂ, ਤੈਨੂੰ ਦੁਨੀਆ ਦੀ ਸਵਾਰੀਆਂ ਦੀ ਲੋੜ ਨਹੀਂ। ਜਦੋਂ ਤੇਰੇ ਅੰਦਰਲਾ ਰਾਜਾ ਜਾਗ ਗਿਆ, ਰੱਜਿਆ ਹੋਇਆ, ਤਾਂ ਦੁਨੀਆ ਦੇ ਸਿਰ ਆਪਣੇ ਆਪ ਤੇਰੇ ਅੱਗੇ ਝੁਕ ਜਾਣਗੇ। ਜਪੋ ਸਤਨਾਮ ਸ੍ਰੀ ਵਾਹਿਗੁਰੂ। ਆਓ ਇੱਕ ਕਵਿਤਾ ਬੜੀ ਸੁੰਦਰ ਲਿਖੀ ਹੈ, ਸਰਵਣ ਕਰੀਏ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ। ਵੇਖੋ ਦੁਨੀਆ ਦੇ ਲੋਕੋ ਕੈਸੇ ਰੰਗ ਵਰਤਾਉਂਦੇ ਨੇ, ਵੇਖੋ ਦੁਨੀਆ ਦੇ ਲੋਕੋ ਕੈਸੇ ਰੰਗ ਵਰਤਾਉਂਦੇ ਨੇ। ਤੱਤੀ ਤਵੀ ਤੇ ਬੈਠੇ ਸਤਿਗੁਰ ਨਾਮ ਜਪਾਉਂਦੇ ਨੇ, ਤੱਤੀ ਤਵੀ ਤੇ ਬੈਠੇ ਸਤਿਗੁਰ ਨਾਮ ਜਪਾਉਂਦੇ ਨੇ। ਅਸੀਂ ਘਰ ਦੀਆਂ ਸੁੱਖ ਸਹੂਲਤਾਂ 'ਚ ਨਾਮ ਨਹੀਂ ਜਪ ਸਕਦੇ। ਨਾਮ ਜਪਣਾ ਕੀ ਹੈ? ਕਦਮ ਕਦਮ ਉੱਤੇ ਤੈਨੂੰ ਯਾਦ ਰਹੇ ਤੇ ਤੇਰਾ ਖਸਮ ਕੌਣ ਹੈ। ਕਦਮ ਕਦਮ ਤੇ ਯਾਦ ਰਹੇ ਤੇਰਾ ਪਿਓ ਕੌਣ ਹੈ, ਤੇਰਾ ਪਿਓ ਦਾਦਾ ਕੌਣ ਹੈ, ਤੇਰੀ ਮਾਂ ਕੌਣ ਹੈ। ਤੇਰਾ ਪਿਓ ਗੁਰੂ ਗੋਬਿੰਦ ਸਿੰਘ ਹੈ। ਜਦੋਂ ਯਾਦ ਰੱਖੇਗਾ ਨਾ, ਜਜ਼ਬਾ ਆ ਜਾਏਗਾ ਤੇਰਾ ਨੀਹਾਂ 'ਚ ਖੜਨ ਦਾ। ਉਹ ਨੀਹਾਂ ਤੱਕ ਜਾਣ ਦਾ ਕੰਮ ਤੇਰਾ, ਨੀਹਾਂ ਵਿੱਚ ਖੜਾਉਣ ਦਾ ਕੰਮ ਮੇਰੇ ਗੁਰੂ ਦਾ ਹੈ। ਅੱਗੇ ਉਹ ਸਾਹਮਣੇ ਆਓ ਸਰਬ। ਵਾਰੋ ਵਾਰੀ ਜ਼ਾਲਮਾਂ ਨੇ ਸੀ ਜ਼ੋਰ ਬਥੇਰਾ ਲਾਇਆ, ਪਰ ਸਤਿਗੁਰ ਦੀ ਬਾਣੀ ਨੇ ਹੰਕਾਰ ਨੂੰ ਠੰਡਾ
ਪਾਇਆ। ਪਰ ਸਤਿਗੁਰ ਦੀ ਬਾਣੀ ਨੇ ਹੰਕਾਰ ਨੂੰ ਠੰਡਾ ਪਾਇਆ। ਤਤੀ ਰੇਤ ਸੀਸ ਤੇ ਪੈਂਦੀ, ਤਤੀ ਰੇਤ ਸੀਸ ਤੇ ਪੈਂਦੀ, ਸਤਿਗੁਰ ਤਾਂ ਮੁਸਕਰਾਉਂਦੇ ਨੇ। ਤਤੀ ਤਵੀ ਤੇ ਬੈਠੇ ਸਤਿਗੁਰ ਨਾਮ ਜਪਾਉਂਦੇ ਨੇ। ਤਤੀ ਤਵੀ ਤੇ ਬੈਠੇ ਸਤਿਗੁਰ ਨਾਮ ਜਪਾਉਂਦੇ ਨੇ। ਸਮੇਂ ਦੀਆਂ ਸਰਕਾਰਾਂ ਦੀ ਸਾਡੇ ਗੁਰਾਂ ਨੇ ਇੱਕ ਨਾ ਮੰਨੀ। ਸਾਡੇ ਸਤਿਗੁਰ ਪੂਰਿਆਂ ਨੇ ਪਾਪੀਆਂ ਦੀ ਅੜੀ ਪੰਨੀਓ। ਸਾਡੇ ਸਤਿਗੁਰ ਪੂਰਿਆਂ ਨੇ ਪਾਪੀਆਂ ਦੀ ਅੜੀ ਪੰਨੀ। ਤਤੀ ਰੇਤ ਸੀਸ ਤੇ ਪੈਂਦੀ, ਚੱਲਿਆ ਨਾ ਜਾਵੇ, ਚੱਲਿਆ ਨਾ ਜਾਵੇ ਪਾਪੀਆਂ ਤੋਂ। ਸਤਿਗੁਰ ਜੋ ਸੱਚ ਸੁਣਾਉਂਦੇ ਨੇ। ਤਤੀ ਤਵੀ ਤੇ ਬੈਠੇ ਸਤਿਗੁਰ ਨਾਮ ਜਪਾਉਂਦੇ ਨੇ। ਤਤੀ ਤਵੀ ਤੇ ਬੈਠੇ ਸਤਿਗੁਰ ਨਾਮ ਜਪਾਉਂਦੇ ਨੇ। ਸੱਚ ਬੋਲਣ ਕਰਕੇ ਤਤੀ ਤਵੀ ਤੇ ਬੈਠ ਗਏ ਗੁਰੂ। ਗੁਰੂ ਦੇ ਸੱਚੇ ਬੋਲ ਦੁਨੀਆ ਤੋਂ ਸੁਣੇ ਨਹੀਂ ਸੀ ਜਾ ਰਹੇ, ਸਮੇਂ ਦੀਆਂ ਸਰਕਾਰਾਂ ਤੋਂ ਸੁਣੇ ਨਹੀਂ ਸੀ ਜਾ ਰਹੇ। ਤਾਂ ਕਰਕੇ ਗੁਰੂ ਪਾਤਸ਼ਾਹ ਨੂੰ ਤਤੀ ਤਵੀ ਤੇ ਬਿਠਾ ਦਿੱਤਾ। ਉਦੋਂ ਕੀ ਹੁਣ ਕੀ ਅੱਗੇ ਵੀ ਹੁੰਦਾ ਆ ਰਿਹਾ। ਗੱਲ ਯਾਦ ਰੱਖਿਓ। ਕਹਿੰਦੇ ਸਿੱਖਾਂ ਦਾ ਇੰਨਾ ਕਤਲੇਆਮ ਕਿਉਂ ਹੋਇਆ? ਰੱਬ ਨੇ ਜਿਹੜੀ ਚੀਜ਼ ਦੀ ਕਦਰ ਰੱਖਣੀ ਹੁੰਦੀ ਹੈ, ਰੱਬ ਨੇ ਜਿਹੜੀ ਚੀਜ਼ ਦੀ ਕਦਰ ਬਣਾ ਕੇ ਰੱਖਣੀ ਹੁੰਦੀ ਹੈ, ਉਹਨੂੰ ਮਾਤਰਾ 'ਚ ਥੋੜਾ ਹੀ ਰੱਖਦਾ ਹੈ। ਜਪੋ ਸਤਿਨਾਮ ਸ੍ਰੀ ਵਾਹਿਗੁਰੂ। ਚਾਹੇ ਹੈਗੇ 2% ਵਾਲੇ ਆ, ਪਰ ਅੱਜ ਵੀ ਖਾਲਸੇ ਦਾ ਝੰਡਾ ਦੁਨੀਆ ਦੇ ਕੋਨੇ-ਕੋਨੇ ਉੱਤੇ ਝੂਲਦਾ। ਜਪੋ ਸਤਿਨਾਮ ਸ੍ਰੀ ਵਾਹਿਗੁਰੂ। ਝੂਲਦਾ ਹੈ ਤੇ ਝੂਲਦਾ ਰਹੇਗਾ, ਕਿਉਂਕਿ ਇਹ ਝੰਡੇ ਨੂੰ ਗੱਡਣ ਵਾਲਾ ਸਾਡਾ ਪਿਓ ਗੁਰੂ ਗੋਬਿੰਦ ਸਿੰਘ ਹੈ। ਬਾਜਾਂ ਵਾਲਾ ਆ ਹੁਣੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਦਿਵਸ ਵੀ ਲੰਘ ਗਏ। ਸਾਡਾ ਤਾਂ ਸ਼ਹੀਦਾਂ ਨਾਲ ਘਰ ਘਰ ਭਰਿਆ ਹੋਇਆ। ਹੁਣ ਕੀ 84 ਚ ਕੀ 47 ਚ ਕੀ, ਪਿੱਛੇ ਜਾਓ ਜਿੰਨਾ ਮਰਜ਼ੀ। ਪਰ ਪਿਆਰਿਓ, ਸਿੱਖ ਨਾ ਕਿਤੇ ਡੋਲੇ ਨੇ, ਨਾ ਕਿਤੇ ਡੋਲਣਗੇ। ਇਹਦਾ ਤਤੀ ਤਵੀ ਤੇ ਵੀ ਆਏ ਬੈਠ ਗਏ ਜਿਵੇਂ ਸਮਾਧੀ 'ਚ ਬੈਠੇ ਹੁੰਦੇ ਨੇ। ਤਕਲੀਫ ਹੀ ਕੋਈ ਨਹੀਂ। ਤਤੀ ਤਵੀ ਤੇ ਸਮਾਧੀ ਲਾ ਕੇ ਬਹਿ ਗਿਆ ਰਾਜਾ ਸਾਰੀ ਦੁਨੀਆ ਦਾ। ਤਤੀ ਤਵੀ ਤੇ ਸਮਾਧੀ ਲਾ ਕੇ ਬਹਿ ਗਿਆ ਰਾਜਾ ਸਾਰੀ ਦੁਨੀਆ ਦਾ। ਤਤੀ ਤਵੀ ਤੋਂ ਸਿਲਸਿਲਾ ਸ਼ੁਰੂ ਹੋ ਗਿਆ ਸ਼ਹੀਦਾਂ ਦਾ। ਉਦੋਂ ਅੱਗੇ ਗੁਰੂ ਹਰਗੋਬਿੰਦ ਮਹਾਰਾਜ ਨੇ ਮੀਰੀ ਤੇ ਪੀਰੀ ਦੀ ਤਲਵਾਰ ਧਾਰਨ ਕਰ ਲਈ ਤੇ ਮੁਗਲਾਂ ਦੀਆਂ ਭਾਜੜਾਂ ਪਵਾ ਦਿੱਤੀਆਂ। ਇਹ ਖੂਨ ਸ਼ਹੀਦਾਂ ਦੇ ਖੂਨ ਨਾਲ ਸਾਡੀ ਨੀਂਹ ਤਿਆਰ ਹੋਈ ਹੈ।
गुरु अर्जन देव महाराज ने अपना शरीर तपा तपा के ये नींह विच रखे। वो जद डुलदा खून शहीदा दा तकदीर बदलदी कौमां, डुलदा खून शहीदा दा तकदीर बदलदी कौमां। रंबिया नाल खोपर ले जाते, रंबिया नाल खोपर ले जाते, तस्वीर बदलदी कौमां दी। रंबिया नाल खोपर, रंबिया नाल खोपर ले जाते, तस्वीर बदलदी कौमां दी। खोपर ले जाते तस्वीर बदलदी कौमां दी। रंबिया नाल खोपर ले जाते तस्वीर बदलदी कौमां दी। जद चरबी तले शहीदां दी, चरबी तले शहीदां दी, जद चरबी जद चरबी तले शहीदां दी, अरसां दे दीवे जग पैंदे। चरबी तले शहीदां दी, अरसां दे दीवे जग पैंदे। बोलो भाई। जद चरबी तले शहीदां दी, अरसां दे दीवे जग पैंदे। जद चरबी तले शहीदां दी, अरसां दे दीवे जग पैंदे। जद टुटदे तारे अखियां दे, रूहां विच चानन हो जावे। टुटदे तारे अखियां दे, रूहां विच चानन हो जावे। जद टुटदे तारे जद उसरे कंध मसूमा दी, सुती हुई कौम खलो जावे। उसरे कंध मसूमा दी, सुती हुई कौम खलो जावे। बदलदी कौमां, डुलदा खून शहीदां दा तकदीर बदलदी कौमां दी। जद डुलदा इस करके भाई समा हो चुके है। याद रखो अपने कौम के शहीदां नूं, याद रखो छोटे छोटे बच्चों जो नीहां च खड़ गए।
याद रखो संत महापुरखां नूं ਜਿਹੜੇ ਆਪਣੇ ਗੁਰੂ ਤੇ ਨਾ ਝੱਲ ਪਏ ਤੇ ਛਾਤੀਆਂ ਤੇ ਚੱਲ ਗਏ। ਜਪੋ ਸਤਨਾਮ। ਉਹ ਕੌਮ ਦੇ ਗਦਾਰ ਹੁੰਦੇ ਨੇ ਜਿਹੜੇ ਕੌਮ ਦੇ ਸ਼ਹੀਦਾਂ ਨੂੰ ਭੁੱਲ ਜਾਣ। ਇਸ ਕਰਕੇ ਘਰਾਂ ਵਿੱਚ ਸ਼ਹੀਦਾਂ ਦੀ ਤਸਵੀਰ ਲਾਓ, ਸਵੇਰੇ ਦਰਸ਼ਨ ਕਰੋ ਤੇ ਮੰਨੋ ਕੇਵਲ ਤੇ ਕੇਵਲ ਗੁਰੂ ਦੀ ਬਾਣੀ ਨੂੰ। ਜਪੋ ਸਤਨਾਮ। ਉਸ ਸਤਨਾਮ ਸ੍ਰੀ ਵਾਹਿਗੁਰੂ ਦੇ ਨਾਮ ਵਿੱਚ ਮੰਨੋ, ਹੋਰ ਕਿਤੇ ਨਹੀਂ। ਇਸ ਕਰਕੇ ਆਓ ਵੇਲਾ ਹੋ ਚੁੱਕਿਆ, ਗੁਰੂ ਸਤੋਤਰ ਨਾਲ ਜੁੜੀਏ ਫਿਰ ਸਮਾਪਤ। ਤਨ ਹੈ ਗੁਰੂ ਨਾਨਕ ਸਾਹਿਬ ਜੀ। ਤਨ ਹੈ ਗੁਰੂ ਨਾਨਕ ਸਾਹਿਬ ਜੀ। ਤਨ ਹੈ ਗੁਰੂ ਨਾਨਕ ਸਾਹਿਬ ਜੀ। ਤਨ ਹੈ ਗੁਰੂ ਅੰਗਦ 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 ਸਾਹਿਬ ਜੀ। ਅੰਗਦ ਸਾਹਿਬ ਜੀ। ਤਨ ਅੰਗਦ ਸਾਹਿਬ ਜੀ। ਤਨ ਹੈ ਗੁਰੂ ਅਮਰਦਾਸ ਜੀ। ਤਨ ਹੈ ਗੁਰੂ ਅਮਰਦਾਸ ਜੀ। ਤਨ ਹੈ ਅਮਰਦਾਸ ਜੀ। ਤਨ ਪਿਆਰੇ ਤਨ ਹੈ ਗੁਰੂ ਰਾਮਦਾਸ ਜੀ। 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 ਤਨ ਹੈ ਗੁਰੂ ਅਰਜਨ ਸਾਹਿਬ ਜੀ। ਤਨ ਹੈ ਅਰਜਨ ਪਾਤਸ਼ਾਹ। ਤਨ ਹੈ ਪਿਆਰੇ ਤਨ ਹੈ ਗੁਰੂ ਹਰਗੋਬਿੰਦ ਸਾਹਿਬ। ਤਨ ਹੈ ਗੁਰੂ ਹਰਗੋਬਿੰਦ ਸਾਹਿਬ। ਤਨ ਹੈ ਤਨ ਹੈ
प्यारे तन है गुरु हर कृष्ण साहिब तन है गुरु हर कृष्ण साहिब तन है गुरु गोबिंद सिंह जी तन है मेरे बाजा वाले तन है तन है गुरु ग्रंथ साहिब जी तन है गुरु ग्रंथ साहिब जी तन साध संगत जी तन है पंथ खालसा तन है पंथ खालसा तेरा पंथ खालसा श्लोक पवन गुरु पानी पिता माता तरत देव सुराग गोयदाई दाया खेलै सगल आया बुरे आईया बाजै धर्म करमी आपो अपनी घेरे